हाँ जी बेटा, जो टॉपिक अज आप डिस्कस करना वो है टाइप्स और फॉर्म्स ऑफ ऑर्गेनाइजेशन। फस्ट ऑफ ऑल आप देखांगे इहदियां टाइप्स 4 टाइप्स होंदियां ने ऑर्गेनाइजेशन दियां। फस्ट वन इज़ फॉर्मल एंड इनफॉर्मल ऑर्गेनाइजेशन, सैकेंड इज़ लाइन ऑर्गेनाइजेशन, थर्ड इज़ फंक्शनल ऑर्गेनाइजेशन, फोर्थ इज़ लाइफ एंड स्टाफ ऑर्गेनाइजेशन। फस्ट ऑफ ऑल ये हैगी आ फॉर्मल एंड इनफॉर्मल ऑर्गेनाइजेशन, बट अज दे आपां टॉपिक जो डिस्कस करना वो जस्ट ओनली फॉर्मल ऑर्गेनाइजेशन ही डिस्कस करांगे। फस्ट ऑफ ऑल फॉर्मल ऑर्गेनाइजेशन कहंदे किहनूं आ? It is a planned structure which represent an attempt to establish patterned relationships among individuals and departments to meet the common goal of the enterprise। ਇਹ ਇੱਕ ਪਲਾਨ ਕਰਕੇ ਬਣਾਈ ਗਈ ਇੱਕ ਸਟਰਕਚਰ ਹੁੰਦੀ ਆ ਜਿਹੜੀ ਕੁਝ ਰਿਪਰੈਜ਼ੈਂਟ ਕਰਦੀ ਆ। ਕੀ ਰਿਪਰੈਜ਼ੈਂਟ ਕਰਦੀ ਆ ਕਿ ਕਿਹੜੇ ਕਿਹੜੇ ਪਰਸਨ ਦੀ ਕੀ ਰਿਲੇਸ਼ਨਸ਼ਿਪ ਆ ਅਮੰਗ ਇੰਡੀਵਿਜੂਅਲਸ, ਮੀਨਸ ਕਿਹੜਾ ਪਰਸਨ ਕਿਹੜੀ ਪੋਜੀਸ਼ਨ ਤੇ ਆ, ਉਹ ਸੁਪੀਰੀਅਰ ਹੈ ਜਾਂ सबॉर्डिनेट है, ठीक आ, ਜਾਂ ਉਹਦੇ ਅੰਡਰ ਕਿੰਨੇ ਪਰਸਨ ਕੰਮ ਕਰ ਰਹੇ ਆ। ਇਹ ਸਾਰੀ ਚੀਜ਼ ਈਚ ਐਂਡ ਐਵਰੀਥਿੰਗ ਉਹਦੇ 'ਚ ਮੈਂਸ਼ਨ ਹੁੰਦਾ, ਜਾਂ ਕਿਹੜੇ ਕਿਹੜੇ ਡਿਪਾਰਟਮੈਂਟ ਨੇ ਉਹ ਕੱਲੀ ਕੱਲੀ ਚੀਜ਼ ਮੈਂਸ਼ਨ ਕੀਤੀ ਗਈ ਹੁੰਦੀ ਆ ਸੋ ਦੈਟ ਜਿਹੜੇ ਕਾਮਨ ਗੋਲਸ ਨੇ ਐਂਟਰਪ੍ਰਾਈਜ਼ ਦੇ ਉਹ ਅਸੀਂ ਅਚੀਵ ਕਰ ਸਕੀਏ। ਠੀਕ ਆ, ਅੰਡਰ ਦਿਸ ਸਟਰਕਚਰ all the authorities responsibility relationships are clearly defined in the organization। ਹੁਣ ਜਿਹੜੀ ਇਹ ਫਾਰਮਲ ਆਰਗੇਨਾਈਜੇਸ਼ਨ ਦੀ ਸਟਰਕਚਰ ਹੁੰਦੀ ਆ ਇਹਦੇ ਵਿੱਚ ਸਾਰਿਆਂ ਦੀ ਅਥਾਰਟੀ ਕੀ ਆ, ਉਹਨਾਂ ਦੀ ਕੀ ਰਿਸਪੌਂਸਿਬਿਲਿਟੀ ਆ ਉਹ ਕਲੀਅਰਲੀ ਦੱਸੀ ਗਈ ਹੁੰਦੀ ਆ। all the employees working in the organization clearly know about their position in the structure। ਜਿੰਨੇ ਵੀ EMPLOYEES ਕਿਸੇ ਵੀ ਆਰਗੇਨਾਈਜੇਸ਼ਨ 'ਚ ਕੰਮ ਕਰ ਰਹੇ ਆ ਹਰ ਇੱਕ ਨੂੰ ਆਪਦੀ ਪੋਜੀਸ਼ਨ ਬਾਰੇ ਪਤਾ ਹੁੰਦਾ। देयर immediate superiors and subordinates, ਉਹਨਾਂ ਨੂੰ ਇਹ ਵੀ ਪਤਾ ਹੁੰਦਾ ਕਿ ਸਾਡੇ ਸੁਪੀਰੀਅਰ ਕੌਣ ਨੇ, ਸਾਡੇ subordinate ਕੌਣ ਆ, ਮਤਲਬ ਸਾਡੇ ਅੰਡਰ ਕੰਮ ਕਰਨ ਵਾਲੇ ਕੌਣ ਨੇ। देयर रिलेशनशिप अमंगेस्ट वन अनदर, ਤੇ ਇੱਕ ਦੂਜੇ ਦੇ ਉਹ ਕਲੀਗ ਨੇ। ਠੀਕ ਆ, ਇਹ ਸਾਰੀ ਚੀਜ਼ ਉਹਨਾਂ ਨੂੰ ਕਲੀਅਰ ਹੁੰਦੀ ਆ। The responsibility is also fixed for each person depending upon the work assigned to them as per the rules designed ensuring smooth working। ਇਸ ਤੋਂ ਬਾਅਦ ਉਹਨਾਂ ਦੀ ਜਿਹੜੀ ਹਰ ਇੱਕ ਪਰਸਨ ਦੀ ਜ਼ਿੰਮੇਵਾਰੀ ਵੀ ਫਿਕਸ ਕੀਤੀ ਗਈ ਹੁੰਦੀ ਆ ਤਾਂ ਕਿ ਜਿਹੜਾ ਉਹਨਾਂ ਨੂੰ ਕੰਮ ਦਿੱਤਾ ਗਿਆ ਉਹ ਉਸ ਨੂੰ ਰੂਲਸ ਦੇ ਅਕੋਰਡਿੰਗ ਸਮੂਥਲੀ ਕਰ ਸਕਣ। ਠੀਕ ਆ, ਹੁਣ ਆਪਾਂ ਫਾਰਮਲ ਆਰਗੇਨਾਈਜੇਸ਼ਨ ਦੀ ਪਹਿਲੀ ਡੈਫੀਨੇਸ਼ਨ ਕਰ ਲੈਂਦੇ ਹਾਂ। Formal organization is a system of consciously coordinated activities of two or more persons towards a common objective। ਫਾਰਮਲ ਆਰਗੇਨਾਈਜੇਸ਼ਨ ਇੱਕ ਇਸ ਤਰ੍ਹਾਂ ਦਾ ਸਿਸਟਮ ਹੈ ਜਿਹੜਾ ਕਿ ਕੌਨਸ਼ੀਅਸਲੀ ਕੋਆਰਡੀਨੇਟ ਕਰਦਾ, ਮਤਲਬ ਤਾਲਮੇਲ ਬਣਾ ਕੇ ਚੱਲਦਾ ਐਕਟੀਵਿਟੀਜ਼ ਦਾ, ਆਫ ਟੂ ਔਰ ਮੋਰ ਪਰਸਨ, ਦੋ ਜਾਂ ਦੋ ਤੋਂ ਵੱਧ ਪਰਸਨ ਦੀਆਂ ਐਕਟੀਵਿਟੀਜ਼ ਦਾ, ਟੂਵਰਡਸ ਅ ਕਾਮਨ ਆਬਜੈਕਟਿਵ, ਮਤਲਬ ਇੱਕ ਕਾਮਨ ਗੋਲ ਨੂੰ ਅਚੀਵ ਕਰਨ ਦੇ ਲਈ ਉਹ ਜਿਹੜੀਆਂ ਐਕਟੀਵਿਟੀਜ਼ ਹੁੰਦੀਆਂ ਉਹਨਾਂ ਨੂੰ ਕੋਆਰਡੀਨੇਟ ਕਰਦਾ। ਕੌਣ? ਫਾਰਮਲ ਆਰਗੇਨਾਈਜੇਸ਼ਨ ਦਾ ਸਿਸਟਮ। ਠੀਕ ਆ, ਨੈਕਸਟ ਦੇਖੋ ਇਹਦੀਆਂ ਫੀਚਰਸ। फस्ट वन इज़ इट इज़ ऑफिशियली क्रिएटेड स्ट्रक्चर फॉर अटेनमेंट ऑफ ग्रुप गोल्स। ये ऑफिशियली बनाई गई होंगी है, मतलब किसी संस्था द्वारा किसी ऑर्गेनाइजेशन के जिहड़े ऑफिशियल परसन होंदे आ उन्हां द्वारा ये बनाई गई होंगी आ काहदे लई, ताकि असीं ग्रुप गोल्स जिहड़े साडे मेन टारगेट असीं उन्हां नूं अचीव कर सकीए। इट इज़ बेस्ड ऑन वैल डिफाइंड रूल्स एंड रेगूलेशनस। ਇਹਦੇ ਵਿੱਚ ਹਰ ਇੱਕ ਚੀਜ਼ ਕਾਹਦੀ ਚੀਜ਼ 'ਤੇ ਬੇਸਡ ਹੁੰਦੀ ਆ, ਰੂਲਸ ਬਣੇ ਹੁੰਦੇ ਆ, ਰੈਗੂਲੇਸ਼ਨਸ ਬਣੀਆਂ ਹੁੰਦੀਆਂ, ਉਹਦੇ ਬੇਸਿਸ 'ਤੇ ਕੰਮ ਹੁੰਦਾ। ਇਟ ਇਜ਼ ਬੇਸਡ ਔਨ ਦਾ ਪ੍ਰਿੰਸੀਪਲ ਆਫ ਡੈਲੀਗੇਸ਼ਨ ਆਫ ਅਥਾਰਟੀ। ਇਹਦੇ ਵਿੱਚ ਇਹ ਵੀ ਚੀਜ਼ ਮੈਂਸ਼ਨ ਕੀਤੀ ਗਈ ਹੁੰਦੀ ਹੈ ਕਿ ਕਿਹੜੇ ਪਰਸਨ ਕੋਲੇ ਕਿੰਨੀ ਅਥਾਰਟੀ ਹੈ। ਠੀਕ ਆ, ਤੇ ਉਹ ਅੱਗੇ ਡੈਲੀਗੇਟ ਕਰ ਸਕਦਾ ਦੂਜਿਆਂ ਨੂੰ। ਠੀਕ ਆ, ਨੈਕਸਟ ਹੈ ਇਟ ਇਜ਼ ਮੋਰ ਸਟੇਬਲ ਐਜ਼ ਚੇਂਜਿਸ ਕੈਨ ਨਾਟ ਬੀ ਇੰਟਰੋਡਿਊਸਡ ਸੋ ਫਰੀਕੁਐਂਟਲੀ। ਜਿਹੜੀ ਫਾਰਮਲ ਆਰਗੇਨਾਈਜੇਸ਼ਨ ਦੀ ਸਟਰਕਚਰ ਹੁੰਦੀ ਆ ਇਹ ਸਟੇਬਲ ਹੁੰਦੀ ਆ, ਇਹ ਚੇਂਜ ਨਹੀਂ ਹੋ ਸਕਦੀ। ਇਹ ਨਹੀਂ ਹੈ ਵੀ ਇਮੀਡੀਏਟ ਹੀ ਆਪਾਂ ਇਹਦੇ ਵਿੱਚ ਕੋਈ ਪੋਜੀਸ਼ਨ ਅਚਾਨਕ ਹੀ ਚੇਂਜ ਕਰ ਦਈਏ। ਕੋਈ ਵੀ ਸੀਕੁਐਂਸ, ਕੋਈ ਵੀ ਹੈਰਾਰਕੀ ਦੇ ਵਿੱਚ ਕੋਈ ਪੋਜੀਸ਼ਨ ਅਸੀਂ ਚੇਂਜ ਨਹੀਂ ਕਰ ਸਕਦੇ, ਈਜ਼ੀਲੀ ਚੇਂਜ ਨਹੀਂ ਕਰ ਸਕਦੇ। ਫਿਫਥ ਪੁਆਇੰਟ ਦੇਖੋ, ਫਾਊਂਡੇਸ਼ਨ ਆਫ ਫਾਰਮਲ ਆਰਗੇਨਾਈਜੇਸ਼ਨ ਇਜ਼ ਡਿਵੀਜ਼ਨ ਆਫ ਵਰਕ। ਜਿਹੜੀ ਫਾਰਮਲ ਆਰਗੇਨਾਈਜੇਸ਼ਨ ਦੀ ਮੇਨ ਨੀਂਹ ਆ ਜਿਹਨੂੰ ਆਪਾਂ ਫਾਊਂਡੇਸ਼ਨ ਕਹਿ ਦਿੰਦੇ ਹਾਂ, ਉਹ ਕੀ ਆ? ਡਿਵੀਜ਼ਨ ਆਫ ਵਰਕ, ਸਾਰਿਆਂ ਨੂੰ ਵੰਡ ਕੇ ਕੰਮ ਦਿੱਤਾ ਜਾਂਦਾ ਹੈ। ਸਿਕਸਥ ਪੁਆਇੰਟ ਦੇਖੋ, ऑर्गेनाइजेशन चार्ट इज़ प्रिपेयर्ड फॉर द गाइडेंस ऑफ एम्पलॉयज़। ਜਿਹੜੇ ਇੰਪਲੋਈਜ਼ ਨੇ, ਜਿਹੜੇ ਵਰਕਰ ਨੇ, ਉਹਨਾਂ ਦੀ ਗਾਈਡੈਂਸ ਲਈ ਇੱਕ ਆਰਗੇਨਾਈਜੇਸ਼ਨ ਚਾਰਟ ਵੀ ਪ੍ਰਿਪੇਅਰ ਕੀਤਾ ਗਿਆ ਹੁੰਦਾ ਹੈ। ਠੀਕ ਆ, ਇਟ ਪ੍ਰਮੋਟਸ ਸਪੈਸ਼ਲਾਈਜੇਸ਼ਨ। ਹੁਣ ਦੇਖੋ ਇਹਦੇ ਵਿੱਚ ਇਹਦਾ ਮੀਨਿੰਗ ਕੀ ਆ? ਹਰ ਇੱਕ ਪਰਸਨ ਨੂੰ ਵੰਡ ਕੇ ਕੰਮ ਦਿੱਤਾ ਅਕੋਰਡਿੰਗ ਟੂ ਹਿਜ਼ ਔਰ ਹਰ ਐਬਿਲਿਟੀ। ਠੀਕ ਆ, ਹੁਣ ਜਦੋਂ ਕੋਈ ਪਰਸਨ ਇੱਕ ਹੀ ਕੰਮ ਨੂੰ ਬਾਰ-ਬਾਰ ਕਰ ਰਿਹਾ ਦੈਟ ਮੀਨਸ ਉਹ ਉਸ ਕੰਮ 'ਚ ਪਰਫੈਕਟ ਹੋ ਜਾਊਗਾ। ਤਾਂ ਇਹਦੇ ਤਰੀਕੇ ਨਾਲ ਕੀ ਹੋ ਗਿਆ, ਜਿਹੜੀ ਫਾਰਮਲ ਆਰਗੇਨਾਈਜੇਸ਼ਨ ਆ ਉਹ ਸਪੈਸ਼ਲਾਈਜੇਸ਼ਨ ਨੂੰ ਪ੍ਰਮੋਟ ਕਰਦੀ ਆ। ਨੈਕਸਟ ਹੈਗਾ ਇਟ ਇਜ਼ ਇੰਪਰਸਨਲ। ਇਹ ਕਿਸੇ ਦੀ ਪਰਸਨਲ ਚੀਜ਼ ਨਹੀਂ ਹੈ, ਮਤਲਬ ਕੋਈ ਪਰਸਨਲ ਵਿਊਜ਼ ਦੇ ਨਾਲ ਨਹੀਂ ਬਣੀ ਹੋਈ। ਠੀਕ ਆ, ਇਹ ਇੰਪਰਸਨਲ ਆ।
ਨੈਕਸਟ ਹੈਗਾ ਵਾ ਇਟ ਕਲੀਅਰਲੀ ਐਕਸਪਲੇਨ ਦਾ ਅਥੋਰਟੀ ਐਂਡ ਰਿਸਪੌਂਸਿਬਿਲਿਟੀ ਐਟ ਐਵਰੀ ਲੈਵਲ, ਟॉप ਮੈਨੇਜਮੈਂਟ, ਠੀਕ ਆ, ਲੋਅਰ ਜਾਂ ਮਿਡਲ, ਹਰ ਇੱਕ ਲੈਵਲ ਦੇ ਉੱਪਰ ਕਿਹੜੇ ਪਰਸਨ ਦੀ ਕਿੰਨੀ ਅਥੋਰਟੀ ਆ ਜਾਂ ਉਹਦੀ ਕਿੰਨੀ ਰਿਸਪੌਂਸਿਬਿਲਿਟੀ ਆ, ਇਹਦੇ ਵਿੱਚ ਕਲੀਅਰਲੀ ਐਕਸਪਲੇਨ ਕੀਤਾ ਗਿਆ ਹੁੰਦਾ। ਇਟ ਡਰਾਜ਼ ਔਫੀਸ਼ੀਅਲ ਲਾਈਨਸ ਆਫ ਕਮਿਊਨੀਕੇਸ਼ਨ। ਇਸ ਤੋਂ ਇਲਾਵਾ ਸਾਨੂੰ ਇਹਦੇ ਵਿੱਚ ਕਮਿਊਨੀਕੇਸ਼ਨ ਦੇ ਬਾਰੇ ਪਤਾ ਲੱਗਦਾ ਵੀ ਔਫੀਸ਼ੀਅਲੀ ਕਿਹੜਾ ਪਰਸਨ ਕਿਹਨੂੰ ਕਮਿਊਨੀਕੇਸ਼ਨ ਕਰੂਗਾ ਜਾਂ ਕਮਿਊਨੀਕੇਟ ਕਰੂਗਾ ਕੋਈ ਗੱਲਬਾਤ, ਠੀਕ ਆ। ਨੈਕਸਟ ਇਹਦੇ ਕੁਝ ਪ੍ਰਿੰਸੀਪਲਸ ਨੇ। ਫਸਟ ਪ੍ਰਿੰਸੀਪਲ ਹੈ ਡਿਵੀਜ਼ਨ ਆਫ ਵਰਕ। Under formal organization, work is divided into different departments and similar type of activities are combined together. ਇਹਦੇ ਵਿੱਚ ਕੀ ਦੱਸਿਆ ਗਿਆ ਕਿ ਫਾਰਮਲ ਆਰਗੇਨਾਈਜੇਸ਼ਨ ਦੇ ਵਿੱਚ ਕੰਮ ਨੂੰ ਅਲੱਗ-ਅਲੱਗ ਹਿੱਸਿਆਂ ਦੇ ਵਿੱਚ ਵੰਡ ਦਿੱਤਾ ਜਾਂਦਾ ਹੈ, ਠੀਕ ਆ। ਡਿਫਰੈਂਟ ਡਿਪਾਰਟਮੈਂਟ ਦੇ ਵਿੱਚ ਜਿਹੜੇ ਸਿਮਿਲਰ ਟਾਈਪ ਆਫ ਐਕਟੀਵਿਟੀਜ਼ ਹੁੰਦੀਆਂ ਜਾਂ ਇੱਕੋ ਜਿਹੇ ਕੰਮ ਹੁੰਦੇ ਆ ਉਹਨਾਂ ਨੂੰ ਕੰਬਾਈਨ ਕੀਤਾ ਜਾਂਦਾ ਹੈ। ਇਟ ਫੈਸਿਲੀਟੇਟਸ ਸਪੈਸ਼ਲਾਈਜੇਸ਼ਨ ਇਨ ਦਾ ਆਰਗੇਨਾਈਜੇਸ਼ਨ। ਇਹਦੀ ਹੈਲਪ ਦੇ ਨਾਲ ਜਿਹੜੇ ਡਿਵੀਜ਼ਨ ਆਫ ਵਰਕ ਨਾਂ ਦਾ ਪ੍ਰਿੰਸੀਪਲ ਆ, ਅਸੀਂ ਕੀ ਕਰ ਸਕਦੇ ਹਾਂ, ਸਪੈਸ਼ਲਾਈਜੇਸ਼ਨ ਲੈ ਕੇ ਆ ਸਕਦੇ ਹਾਂ ਆਪਦੀ ਆਰਗੇਨਾਈਜੇਸ਼ਨ ਦੇ ਵਿੱਚ, ਜਾਂ ਕਹਿ ਦਈਏ ਸਾਨੂੰ ਹੈਲਪ ਮਿਲਦੀ ਆ ਸਪੈਸ਼ਲਾਈਜੇਸ਼ਨ ਕ੍ਰੀਏਟ ਕਰਨ ਦੇ ਵਿੱਚ। ਹਰ ਇੱਕ ਪਰਸਨ ਆਪਦੇ ਕੰਮ 'ਚ ਕੀ ਹੋ ਜਾਂਦਾ, ਪਰਫੈਕਟ ਹੋ ਜਾਂਦਾ, ਕਿਉਂਕਿ ਉਹ ਕੰਮ ਨੂੰ ਬਾਰ-ਬਾਰ ਕਰ ਰਿਹਾ ਹੁੰਦਾ, ਠੀਕ ਆ। ਨੈਕਸਟ ਦੇਖੋ ਬੇਟਾ, ਸੈਕਿੰਡ ਪ੍ਰਿੰਸੀਪਲ ਜਿਹੜਾ ਇਹਦਾ ਹੈ ਉਹ ਹੈ ਪ੍ਰਿੰਸੀਪਲ ਆਫ ਯੂਨਿਟੀ ਆਫ ਕਮਾਂਡ। ਅੰਡਰ ਫਾਰਮਲ ਆਰਗੇਨਾਈਜੇਸ਼ਨ ਅਥੋਰਟੀਜ਼ ਐਂਡ ਰਿਸਪੌਂਸਿਬਿਲਿਟੀਜ਼ ਆਰ ਫਿਕਸਡ ਇਨ ਸੱਚ ਅ ਵੇ ਦੈਟ each subordinate gets order from one superior only. It helps to fix the responsibilities of the subordinates. ਦੇਖੋ ਇਹ ਪ੍ਰਿੰਸੀਪਲ ਆਪਾਂ ਆਲਰੇਡੀ ਡਿਸਕਸ ਵੀ ਕਰ ਚੁੱਕੇ ਹਾਂ ਵੀ ਇਹਦੇ ਵਿੱਚ ਕੀ ਆ, ਜਿਹੜਾ ਉਹਨੂੰ ਕਮਾਂਡ ਕਰਨ ਵਾਲਾ ਪਰਸਨ ਆ ਕਿਸੇ ਵੀ ਸਬੋਰਡੀਨੇਟ ਨੂੰ, ਉਹ ਇੱਕ ਹੀ ਹੁੰਦਾ ਹੈ, ਮਤਲਬ ਇੱਕ ਤੋਂ ਵੱਧ ਸੁਪੀਰੀਅਰ ਨਹੀਂ ਹੁੰਦੇ, ਠੀਕ ਆ। ਸੋ ਇਹਦੇ ਨਾਲ ਰਿਸਪੌਂਸਿਬਿਲਿਟੀਜ਼ ਫਿਕਸ ਕਰਨ ਦੇ ਵਿੱਚ ਹੈਲਪ ਮਿਲਦੀ ਆ ਸਬੋਰਡੀਨੇਟਸ ਦੀਆਂ, ਠੀਕ ਆ। ਥਰਡ ਪੁਆਇੰਟ ਦੇਖੋ, ਪ੍ਰਿੰਸੀਪਲ ਆਫ ਸਪੈਨ ਆਫ ਕੰਟਰੋਲ। As per this principle, manager or supervision should be supervised only, देखो इतने manager और supervisor कर लो, ठीक है। manager और supervisor should supervise only such number of persons which he can supervise properly. He should not supervise more than his ability. Span of control मतलब किन्ने number of persons ਨੂੰ maximum control ਕਰ ਸਕਦਾ, ठीक है। उदू ज़्यादा ਨੂੰ ਉਹਨੂੰ ਨਹੀਂ ਕਰਨਾ ਚਾਹੀਦਾ ਆਪਦੀ ability ਤੋਂ ज़्यादा, ठीक है। next है scalar principle। ਇਹ ਵੀ ਆਪਾਂ ਆਲਰੇਡੀ ਡਿਸਕਸ ਕਰ ਚੁੱਕੇ ਹਾਂ। ਸਕੇਲਰ ਚੇਨ ਰੈਫਰਸ ਟੂ ਦਾ ਚੇਨ ਆਫ ਸੁਪੀਰੀਅਰਸ ਰੇਂਜਿੰਗ ਫਰੋਮ ਦਾ ਅਲਟੀਮੇਟ ਅਥਾਰਟੀ ਮੀਨਸ ਟॉप ਲੈਵਲ ਟੂ ਦਾ ਲੋਐਸਟ ਰੈਂਕ ਮੀਨਸ ਲੋਅਰ ਲੈਵਲ। ਇਟ ਫੈਸਿਲੀਟੇਟ ਵਨ ਐਫੀਸ਼ੀਐਂਟ ਮੈਨੇਜਮੈਂਟ ਥਰੂ ਡੈਲੀਗੇਸ਼ਨ ਆਫ ਅਥਾਰਟੀ ਐਂਡ ਅਸਾਈਨਿੰਗ ਆਫ ਰਿਸਪੌਂਸਿਬਿਲਿਟੀਜ਼। ਹੁਣ ਇਹਦੇ 'ਚ ਇਹ ਦੱਸਿਆ ਗਿਆ ਵਾ ਕਿ ਇੱਕ ਸਕੇਲਰ ਚੇਨ ਬਣੀ ਹੁੰਦੀ ਆ ਵੀ ਜਿਹੜੇ ਸੁਪੀਰੀਅਰਸ ਨੇ ਉਹ ਟॉप ਲੈਵਲ ਤੋਂ ਲੈ ਕੇ ਨੀਚੇ ਤੱਕ ਲੋਅਰ ਲੈਵਲ ਤੱਕ ਕਿਹੜੇ ਪਰਸਨ ਆਉਂਦੇ ਆ, ਉਹਨਾਂ ਦੀ ਕੀ ਪੋਜੀਸ਼ਨ ਆ। ਤਾਂ ਇਹਦੇ ਨਾਲ ਕੀ ਆ, ਆਸਾਨੀ ਹੁੰਦੀ ਆ ਕਿ ਅਸੀਂ ਡੈਲੀਗੇਟ ਕਰ ਸਕਦੇ ਹਾਂ ਅਥਾਰਟੀ ਅਤੇ ਰਿਸਪੌਂਸਿਬਿਲਿਟੀਜ਼ ਨੂੰ ਅਸਾਈਨ ਕਰ ਸਕਦੇ ਹਾਂ, ਵੰਡ ਸਕਦੇ ਹਾਂ। ਨੈਕਸਟ ਹੈ ਐਡਵਾਂਟੇਜਸ ਆਫ ਫਾਰਮਲ ਆਰਗੇਨਾਈਜੇਸ਼ਨ। ਪਹਿਲੀ ਐਡਵਾਂਟੇਜ ਕੀ ਆ, ਸਪੈਸ਼ਲਾਈਜੇਸ਼ਨ। As in the formal organization, work is divided into small parts and each part is performed by a separate person. The person who performs such part repeatedly becomes the specialist in it. It helps to increase the productivity and efficiency. देखो formal organization ਦੇ ਵਿੱਚ ਕੰਮ ਨੂੰ ਪਹਿਲਾਂ ਡਿਵਾਈਡ ਕੀਤਾ ਹੁੰਦਾ small parts ਦੇ ਵਿੱਚ, ਤੇ ਹਰ ਇੱਕ ਸਮੋਲ ਡਿਫਰੈਂਟ ਪਾਰਟ ਇੱਕ ਸੈਪਰੇਟ ਪਰਸਨ ਨੇ ਕੀ ਕਰਨਾ ਹੁੰਦਾ, ਪਰਫੋਰਮ ਕਰਨਾ ਹੁੰਦਾ। ਜਦੋਂ ਹੁਣ ਇੱਕ ਪਰਸਨ ਉਸੇ ਕੰਮ ਨੂੰ ਬਾਰ-ਬਾਰ ਪਰਫੋਰਮ ਕਰਦਾ, ਇਟ ਮੀਨਸ ਉਹ ਉਸ ਕੰਮ ਦੇ ਵਿੱਚ ਸਪੈਸ਼ਲਿਸਟ ਹੋ ਗਿਆ। ਸੋ ਇਹਦੇ ਨਾਲ ਜਿਹੜੀ ਪ੍ਰੋਡਕਟਿਵਿਟੀ ਆ ਉਹ ਵੱਧਦੀ ਹੈ ਅਤੇ ਐਫੀਸ਼ੀਐਂਸੀ ਵੀ ਇਨਕਰੀਜ਼ ਹੁੰਦੀ ਆ। ਸੈਕਿੰਡ ਪੁਆਇੰਟ ਦੇਖੋ, ਨੋ ਡੁਪਲੀਕੇਸ਼ਨ। ਅੰਡਰ ਫਾਰਮਲ ਆਰਗੇਨਾਈਜੇਸ਼ਨ ਵਰਕ ਇਜ਼ ਪ੍ਰੋਪਰਲੀ ਡਿਸਟਰੀਬਿਊਟਡ ਟੂ ਡਿਫਰੈਂਟ ਪਰਸਨਸ ਇਨ ਦਾ ਆਰਗੇਨਾਈਜੇਸ਼ਨ। ਹੁਣ ਇਹਦੇ ਵਿੱਚ ਕੀ ਆ, ਡਿਫਰੈਂਟ ਲੋਕਾਂ ਨੂੰ ਕੰਮ ਵੰਡ ਕੇ ਦੇ ਦਿੱਤਾ ਆਪਾਂ। ਨੋ ਵਰਕ ਇਜ਼ ਅਲੋਟਡ ਟੂ ਮੋਰ ਦੈਨ ਵਨ ਪਰਸਨ। ਜਿਹੜਾ ਸੇਮ ਕੰਮ ਆ ਉਹ ਦੋ ਜਾਂ ਦੋ ਤੋਂ ਵੱਧ ਪਰਸਨ ਨੂੰ ਨਹੀਂ ਦਿੱਤਾ ਗਿਆ, ਠੀਕ ਆ, ਸਿਰਫ ਇੱਕ ਪਰਸਨ ਨੂੰ ਦਿੱਤਾ ਗਿਆ। ਦਿਸ ਹੈਲਪ ਟੂ ਰਿਡਿਊਸ ਦਾ ਡੁਪਲੀਕੇਸ਼ਨ ਆਫ ਵਰਕ। ਮਤਲਬ ਇਹ ਨਹੀਂ ਹੈ ਵੀ ਇੱਕੋ ਹੀ ਕੰਮ ਹਰ ਇੱਕ ਪਰਸਨ ਦੋ ਜਾਂ ਤਿੰਨ ਨਾਲ ਕਨਫਿਊਜ਼ ਹੋ ਜਾਊਗਾ। ਤਾਂ ਅਸੀਂ ਕੀ ਕਰਨਾ, ਹਰ ਇੱਕ ਸਿੰਗਲ ਪਰਸਨ ਨੂੰ ਡਿਫਰੈਂਟ ਪਰਸਨ ਨੂੰ ਹੀ ਕੰਮ ਵੰਡ ਕੇ ਦੇਣਾ ਵਾ। ਤਾਂ ਇਹਦੇ ਨਾਲ ਡੁਪਲੀਕੇਸ਼ਨ ਬਿਲਕੁਲ ਰਿਮੂਵ ਹੋ ਜਾਂਦੀ ਆ ਵਰਕ ਦੀ। ਥਰਡ ਪੁਆਇੰਟ ਦੇਖੋ, better coordination through proper division of work and proper assigning of authorities and responsibilities, work is properly planned। ਜਦੋਂ ਅਸੀਂ ਵਰਕ ਨੂੰ ਸਹੀ ਤਰੀਕੇ ਨਾਲ ਵੰਡਦੇ ਹਾਂ, ਜਿਹੜੇ ਵਰਕਰ ਆ ਉਹਨਾਂ ਨੂੰ ਅਥਾਰਟੀਜ਼ ਦਿੰਦੇ ਹਾਂ, ਉਹਨਾਂ ਨੂੰ ਰਿਸਪੌਂਸਿਬਿਲਿਟੀ ਉਹਨਾਂ ਦੀ ਫਿਕਸ ਕਰਦੇ ਹਾਂ, ਤਾਂ ਉਹਦੇ ਨਾਲ ਅਸੀਂ ਵਰਕ ਪ੍ਰੋਪਰਲੀ ਪਲਾਨ ਕਰ ਲੈਂਦੇ ਹਾਂ। everyone is clear about his role in the organization। ਹਰ ਇੱਕ ਪਰਸਨ ਨੂੰ ਆਪਦਾ ਰੋਲ ਪਤਾ ਹੈ ਕਿ ਮੇਰਾ ਆਰਗੇਨਾਈਜੇਸ਼ਨ ਦੇ ਵਿੱਚ ਕੀ ਪੋਜੀਸ਼ਨ ਆ। ਦਿਸ ਲੀਡਸ ਟੂ ਬੈਟਰ ਕੋਆਰਡੀਨੇਸ਼ਨ ਐਂਡ ਅਚੀਵਮੈਂਟ ਆਫ ਆਬਜੈਕਟਿਵਸ ਆਫ ਦਾ ਆਰਗੇਨਾਈਜੇਸ਼ਨ। ਸੋ ਇਹਦੇ ਨਾਲ ਕੀ ਆ, ਵਧੀਆ ਤਾਲਮੇਲ ਬਣਦਾ ਵਾ, ਠੀਕ ਆ, ਕੋਆਰਡੀਨੇਸ਼ਨ ਬਣਦਾ ਵਾ, ਐਂਡ ਅਸੀਂ ਜਿਹੜੇ ਆਰਗੇਨਾਈਜੇਸ਼ਨ ਨੇ
ਜਿਹੜੇ ਆਰਗੇਨਾਈਜੇਸ਼ਨ ਦੇ ਆਬਜੈਕਟਿਵ ਨੇ ਉਹ ਅਸੀਂ ਅਚੀਵ ਕਰ ਲੈਂਦੇ ਹਾਂ ਆਸਾਨੀ ਦੇ ਨਾਲ। फोर्थ पॉइंट देखो, प्रॉपर evaluation of work. As work is divided into small parts and each part is assigned to specific person, it facilitates the evaluation of work done by different persons. ਹੁਣ ਇਹਦੇ ਵਿੱਚ ਕੀ ਦੱਸਿਆ ਗਿਆ ਵਾ ਕਿ ਜਿਹੜਾ ਕੰਮ ਆ ਉਹਨੂੰ ਪਹਿਲਾਂ ਸਮਾਲ ਪਾਰਟ ਦੇ ਵਿੱਚ ਡਿਵਾਈਡ ਕਰ ਦਿੱਤਾ ਜਾਂਦਾ ਤੇ ਉਹ ਕੰਮ ਫਿਰ ਅੱਗੇ ਕੁਝ ਲੋਕਾਂ ਨੂੰ ਅਸਾਈਨ ਕਰ ਦਿੱਤਾ ਜਾਂਦਾ, ਠੀਕ ਆ। ਤੇ ਇਹਦੇ ਨਾਲ ਕੀ ਆ, ਅਸੀਂ ਕੰਮ ਨੂੰ ਇਵੈਲੂਏਟ ਕਰ ਸਕਦੇ ਹਾਂ। ਇਵੈਲੂਏਟ ਕਰਨ ਦਾ ਮਤਲਬ ਕੀ ਹੁੰਦਾ, ਮੁਲਾਂਕਣ ਕਰਨਾ, ਮਤਲਬ ਬਾਅਦ ਵਿੱਚ ਕੰਮ ਚੈੱਕ ਵੀ ਕਰ ਸਕਦੇ ਹਾਂ। It helps to fix the wages for the efficient and inefficient persons in the organization. ਹੁਣ ਇਹਦੀ ਆਪਾਂ ਐਗਜ਼ਾਮਪਲ ਲੈ ਕੇ ਚੱਲਦੇ ਹਾਂ। ਸਪੋਜ਼ ਕਰ ਲਓ ਇੱਕ ਆਰਗੇਨਾਈਜੇਸ਼ਨ ਦੇ ਵਿੱਚ ਇੱਕ ਪਰਸਨ ਆ, ਉਹ ਬਹੁਤ ਐਫੀਸ਼ੀਐਂਟਲੀ ਕੰਮ ਕਰਦਾ, ਹਰ ਇੱਕ ਜਿਹੜੀ ਕੰਮ ਆ ਉਹਨੂੰ ਬਹੁਤ ਓਨੈਸਟਲੀ ਤੇ ਬਹੁਤ ਟਾਈਮ ਨਾਲ ਪ੍ਰੋਪਰ ਤਰੀਕੇ ਨਾਲ ਕਰਦਾ, ਠੀਕ ਆ। ਤਾਂ ਉਹਦੀ ਸੈਲਰੀ ਜਾਂ ਉਹਦੀ ਵੇਜਸ ਫਿਕਸ ਕਰਦੇ ਸਮੇਂ ਜਿਹੜੀ ਉਹਦੀ ਆਰਗੇਨਾਈਜੇਸ਼ਨ ਆ ਉਹਦੀ ਪਰਫਾਰਮੈਂਸ ਨੂੰ ਦੇਖੂਗੀ ਵੀ ਇਹ ਪਰਸਨ ਦੀ ਪਹਿਲਾਂ ਤੋਂ ਕੀ ਪਰਫਾਰਮੈਂਸ ਆ ਰਹੀ ਆ, ਠੀਕ ਆ। ਜੇ ਉਹਦੀ ਪਰਫਾਰਮੈਂਸ ਬਾਕੀਆਂ ਦੇ ਕੰਪੈਰੀਜ਼ਨ ਵਧੀਆ ਵਾ ਤਾਂ ਉਹਨੂੰ ਵੇਜਸ ਵਗੈਰਾ ਜ਼ਿਆਦਾ ਮਿਲਣਗੀਆਂ ਐਜ਼ ਕੰਪੈਰੀਜ਼ਨ ਟੂ ਦ ਇਨਐਫੀਸ਼ੀਐਂਟ ਪਰਸਨਸ। ਫਿਫਥ ਪੁਆਇੰਟ ਦੇਖੋ, ਹੈਲਪਫੁਲ ਇਨ ਕੰਟਰੋਲ। Comparison of actual performance with the standard performance helps in the controlling the work of employees. ਜਦੋਂ ਹੁਣ ਅਸੀਂ ਕੰਪੇਅਰ ਕਰਦੇ ਹਾਂ ਵੀ ਐਕਚੁਅਲ ਪਰਫਾਰਮੈਂਸ ਕਿੰਨੀ ਹੋਈ ਆ ਤੇ ਅਸੀਂ ਸਟੈਂਡਰਡ ਪਰਫਾਰਮੈਂਸ ਕੀ ਸੈੱਟ ਕੀਤੀ ਹੋਈ ਆ, ਠੀਕ ਆ, ਤਾਂ ਅਸੀਂ ਉਹਦੇ ਨਾਲ ਵਰਕਰਸ ਨੂੰ ਜਾਂ ਆਪਾਂ ਕਹਦੇ ਇੰਪਲੋਈਜ਼ ਨੂੰ ਕੰਟਰੋਲ ਕਰ ਸਕਦੇ ਹਾਂ। ਇਟ ਲੀਡਸ ਟੂ ਬੈਟਰ ਅਚੀਵਮੈਂਟ ਆਫ ਆਰਗੇਨਾਈਜੇਸ਼ਨ ਗੋਲਸ ਵਿਦ ਦ ਐਫੀਸ਼ੀਐਂਸੀ ਐਂਡ ਇਫੈਕਟਿਵਲੀ। ਸੋ ਇਹਦੇ ਨਾਲ ਕੀ ਆ, ਆਰਗੇਨਾਈਜੇਸ਼ਨ ਦੇ ਗੋਲ ਜ਼ਿਆਦਾ ਐਫੀਸ਼ੀਐਂਸੀ ਤੇ ਇਫੈਕਟਿਵ ਮਤਲਬ ਪ੍ਰਭਾਵਸ਼ਾਲੀ ਤਰੀਕੇ ਨਾਲ ਅਚੀਵ ਕੀਤੇ ਜਾ ਸਕਦੇ ਆ। ਨੈਕਸਟ ਹੈਗੀ ਡਿਸਐਡਵਾਂਟੇजेस। ਫਸਟ ਹੈਗੀ ਆ ਮੋਨੋਟਨੀ। ਐਜ਼ ਵਰਕਰ ਹੈਵ ਟੂ ਪਰਫਾਰਮ ਸੇਮ ਵਰਕ ਰਿਪੀਟਡਲੀ, ਇਟ ਰਿਜ਼ਲਟਸ ਇਨ ਲੂਜ਼ ਆਫ ਇੰਟਰਸਟ ਇਨ ਦਾ ਜੋਬ। ਹੁਣ ਦੇਖੋ, ਆਪਾਂ ਪਹਿਲਾਂ ਪੜ੍ਹਿਆ ਵੀ ਇਹਦੇ ਵਿੱਚ ਇੱਕ ਪਰਸਨ ਇੱਕ ਕੰਮ ਨੂੰ ਬਾਰ-ਬਾਰ ਕਰਦਾ ਤਾਂ ਉਹ ਸਪੈਸ਼ਲਿਸਟ ਬਣ ਜਾਂਦਾ ਉਹਦੇ ਵਿੱਚ। ਬਟ ਦੂਜਾ ਇਹਦਾ ਜਿਹੜਾ ਆਪਾਂ ਡਿਸਐਡਵਾਂਟੇਜ ਕਹਿ ਰਹੀਏ ਜਾਂ ਨੈਗੇਟਿਵ ਪੁਆਇੰਟ ਕੀ ਆ ਕਿ ਉਹ ਵਰਕਰ ਉਹ ਸੇਮ ਕੰਮ ਕਰ ਕਰਕੇ ਇੰਟਰਸਟ ਲੂਜ਼ ਕਰ ਜਾਂਦਾ ਉਹ ਕੰਮ ਦੇ ਵਿੱਚ। ਇਟ ਕ੍ਰੀਏਟਸ ਮੋਨੋਟਨੀ ਐਟ ਦਾ ਸੇਮ ਟਾਈਮ, ਮਤਲਬ ਬੋਰਿੰਗ। ਮੋਨੋਟਨੀ ਮੀਨਸ ਬੋਰਿੰਗ ਹੋ ਜਾਂਦਾ ਉਹਦੇ ਲਈ ਇਹ ਚੀਜ਼। ਐਟ ਦਾ ਸੇਮ ਟਾਈਮ ਦਾ ਵਰਕਰ ਸਕਿੱਲਸ ਰਿਮੇਨਸ ਐਟ ਦਾ ਸੇਮ ਲੈਵਲ ਬਿਕੋਜ਼ ਨੋ ਨਿਊ ਟਾਸਕ ਆਰ ਅਸਾਈਨ ਟੂ ਦੈਮ। ਉਹ ਪਰਸਨ ਦੀਆਂ ਜਿਹੜੀਆਂ ਸਕਿੱਲਸ ਨੇ ਉਸੇ ਲੈਵਲ 'ਤੇ ਰਹਿ ਜਾਂਦੀਆਂ ਨੇ ਬਿਕੋਜ਼ ਉਹਨੂੰ ਕੁਛ ਨਵਾਂ ਕੁਛ ਡਿਫਰੈਂਟ ਕਰਨ ਨੂੰ ਨਹੀਂ ਮਿਲਦਾ, ਠੀਕ ਆ। ਸੈਕਿੰਡ ਪੁਆਇੰਟ ਦੇਖੋ ਇਹਦਾ, ਸਟ੍ਰਿਕਟ ਰੂਲਸ ਐਂਡ ਰੈਗੂਲੇਸ਼ਨਸ। Formal organization contain strict rules and regulations which are to be followed. ਹੁਣ ਫਾਰਮਲ ਆਰਗੇਨਾਈਜੇਸ਼ਨ ਦੇ ਰੂਲ ਰੈਗੂਲੇਸ਼ਨ ਬਹੁਤ ਸਖਤ ਹੁੰਦੇ ਨੇ ਜਿਹੜੇ ਫੋਲੋ ਕਰਨੇ ਹੁੰਦੇ ਆ। ਇੰਪਲੋਈਜ਼ ਆਲਵੇਜ਼ ਫੀਲ ਦੈਮਸੈਲਵਸ ਇਨ ਦਾ ਕਲਚਸ ਆਫ ਰੂਲਸ, ਮਤਲਬ ਉਹ ਐਂ ਸਮਝਦੇ ਵੀ ਅਸੀਂ ਇਹ ਰੂਲਸ ਦੇ ਕਲਚਸ ਦੇ ਵਿੱਚ ਆ, ਇਹਨਾਂ ਦੀ ਪਕੜ ਦੇ ਵਿੱਚ ਆ। ਇੰਸਟੈਡ ਆਫ ਇੰਪਰੂਵਿੰਗ ਦਾ ਪਰਫਾਰਮੈਂਸ ਦਿਸ ਟਾਈਪ ਆਫ ਇਨਵਾਇਰਮੈਂਟ ਲੀਡਸ ਟੂ ਇਨਐਫੀਸ਼ੀਐਂਸੀ। ਸੋ ਉਹਨਾਂ ਦੀ ਜ਼ਿਆਦਾ ਰੂਲ ਰੈਗੂਲੇਸ਼ਨ ਸਖਤ ਹੋਣ ਕਰਕੇ ਉਹਨਾਂ ਦੀ ਪਰਫਾਰਮੈਂਸ ਤਾਂ ਇੰਪਰੂਵ ਨਹੀਂ ਹੁੰਦੀ ਬਟ ਉਹਨਾਂ ਦੇ ਵਿੱਚ ਕੀ ਆ ਜਾਂਦੀ ਆ, ਇਨਐਫੀਸ਼ੀਐਂਸੀ ਆ ਜਾਂਦੀ ਆ। ਲਾਸਟ ਪੁਆਇੰਟ ਦੇਖੋ, ਡਿਲੇ ਇਨ ਵਰਕ। Scalar chain principle is to be followed in the formal organization. Information is to be conveyed through various levels. ਹੁਣ ਦੇਖੋ ਇਹਦੇ ਵਿੱਚ ਆਪਾਂ ਸਕੇਲਰ ਚੇਨ ਨੂੰ ਯੂਜ਼ ਕਰਦੇ ਹਾਂ, ਮਤਲਬ ਕਾਫੀ ਸਾਰੇ ਲੈਵਲਸ ਨੂੰ ਹੋ ਕੇ ਜਾ ਕੇ ਇਨਫੋਰਮੇਸ਼ਨ ਅੱਗੇ ਪਹੁੰਚਦੀ ਆ। ਸੋ ਇਟ ਕਾਜ਼ਸ ਡਿਲੇ ਇਨ ਦਾ ਇੰਪਲੀਮੈਂਟੇਸ਼ਨ ਆਫ ਪੋਲਿਸੀਜ਼ ਐਂਡ ਪ੍ਰੋਸੀਜਰਸ। ਸੋ ਇਹਦੇ ਨਾਲ ਕੀ ਆ, ਜਿਹੜੀ ਸਾਡੀ ਪੋਲਿਸੀ ਨੂੰ ਇੰਪਲੀਮੈਂਟ ਕਰਨ ਦੇ ਵਿੱਚ, ਲਾਗੂ ਕਰਨ ਦੇ ਵਿੱਚ, ਪ੍ਰੋਸੀਜਰ ਨੂੰ ਲਾਗੂ ਕਰਨ ਦੇ ਵਿੱਚ ਡਿਲੇ ਆ ਜਾਂਦੀ ਆ, ਵਿਚ ਇਨ ਟਰਨ ਲੀਡਸ ਟੂ ਡਿਲੇ ਇਨ ਵਰਕ, ਜਿਸ ਦੇ ਕਰਕੇ ਸਾਡਾ ਕੰਮ ਵੀ ਡਿਲੇ ਹੋ ਜਾਂਦਾ। ਦੇਖੋ ਆਪਾਂ ਟੌਪਿਕ ਪੜ੍ਹਿਆ ਸੀ ਸਕੇਲਰ ਚੇਨ, ਠੀਕ ਆ, ਜਦੋਂ ਆਪਾਂ ਮੈਨੇਜਮੈਂਟ ਦੇ ਪ੍ਰਿੰਸੀਪਲ ਪੜ੍ਹੇ ਸੀਗੇ, ਬਟ ਉਹਦੇ ਵਿੱਚ ਉਹਨਾਂ ਨੇ ਗੈਂਗ ਪਲੈਂਕ ਬਾਰੇ ਦੱਸਿਆ ਸੀ ਵੀ ਗੈਂਗ ਪਲੈਂਕ ਫੋਲੋ ਕਰ ਲਿਆ ਜਾ ਸਕਦਾ ਹੈ, ਠੀਕ ਆ। ਬਟ ਇਹਦੇ ਵਿੱਚ ਆਪਾਂ ਇਕੱਲੀ ਸਕੇਲਰ ਚੇਨ ਦੀ ਗੱਲ ਕਰ ਰਹੇ ਹਾਂ, ਦੈਟ ਮੀਨਸ ਆਪਾਂ ਪੂਰੀ ਸੀਕੁਐਂਸ ਫੋਲੋ ਕਰਨੀ ਆ, ਤਾਂ ਕਰਕੇ ਕੰਮ ਕਰਨ ਨੂੰ ਜ਼ਿਆਦਾ ਟਾਈਮ ਲੱਗ ਰਿਹਾ, ਡਿਲੇ ਹੋ ਰਿਹਾ, ਠੀਕ ਆ ਬੇਟਾ। ਅੱਜ ਲਈ ਇੰਨਾ ਹੀ। ਨੈਕਸਟ ਵੀਡੀਓ ਦੇ ਵਿੱਚ ਆਪਾਂ ਇਨਫੋਰਮਲ ਆਰਗੇਨਾਈਜੇਸ਼ਨ ਬਾਰੇ ਡਿਟੇਲ 'ਚ ਡਿਸਕਸ ਕਰਾਂਗੇ। ਥੈਂਕ ਯੂ।